ਕੁਲਵਿੰਦਰ ਸਿੰਘ ਗਰਮਾਨੀ ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਜ਼ਰੀਆ। ਭਾਰਤ ਦੀ ਕੇਂਦਰ ਸਰਕਾਰ ਨੇ ਜਸਟਿਸ ਰਿਟਾਇਰਡ ਸੁਰਿੰਦਰ ਸਿੰਘ ਸਾਰਾ ਨੂੰ ਹੁਣ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਨਿਯੁਕਤ ਕਰ ਦਿੱਤਾ ਹੈ। ਜੀ ਹਾਂ, ਉਹਨਾਂ ਦੀ ਨਿਯੁਕਤੀ ਜਸਟਿਸ ਦਰਸ਼ਨ ਸਿੰਘ ਦੀ ਥਾਂ ਤੇ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਅਹੁਦਾ ਹੀ ਨਹੀਂ ਸੰਭਾਲਿਆ ਗਿਆ ਸੀ। ਨਿਯੁਕਤੀ ਪੱਤਰ ਮੁਤਾਬਕ ਜਸਟਿਸ ਸਾਰੋਂ ਦਾ ਕਾਰਜਕਾਲ ਅਹੁਦਾ ਸੰਭਾਲਣ ਵਾਲੀ ਮਿਤੀ ਤੋਂ 2 ਸਾਲਾਂ ਤੱਕ ਹੋਏਗਾ। ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਦੀ ਮੁੱਖ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀਆਂ ਚੋਣਾਂ ਕਰਵਾਉਣਾ ਹੈ। ਗੌਰਤਲਬ ਹੈ ਕਿ ਪਿਛਲੀ ਵਾਰ ਚੋਣਾਂ ਸਾਲ 2011 ਵਿੱਚ ਹੋਈਆਂ ਸਨ ਅਤੇ ਫਿਰ ਸਾਲ 2016 ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਮੌਜੂਦਾ ਕਮੇਟੀ ਦਾ ਕਾਰਜਕਾਲ ਖਤਮ ਹੋ ਗਿਆ। ਖਾਸ ਗੱਲ ਇਹ ਵੀ ਹੈ ਕਿ ਜਸਟਿਸ ਸਾਰੋਂ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਾਲ 2018 ਵਿੱਚ ਪੰਜਾਬ ਰੈਵਨਿਊ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਅਤੇ ਉਹਨਾਂ ਦਾ ਹਾਲਾਂ ਵੀ 1 ਸਾਲ ਦਾ ਕਾਰਜਕਾਲ ਬਾਕੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਚੋਣ ਕਮਿਸ਼ਨਰ ਤਾਂ ਨਿਯੁਕਤ ਕਰ ਦਿੱਤੇ ਗਏ ਨੇ, ਪਰ ਐਸਜੀਪੀਸੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀ ਛੇਤੀ ਹੋਏਗਾ ਜਾਂ ਨਹੀਂ, ਜਾਂ ਹਾਲਾਂ ਵੀ ਲੋਕਾਂ ਨੂੰ ਇੰਤਜ਼ਾਰ ਹੀ ਕਰਨਾ ਹੋਏਗਾ। ਸਵਾਲ ਇਹ ਵੀ ਉੱਠਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਐਸਜੀਪੀਸੀ ਚੋਣਾਂ ਦਾ ਨਾ ਹੋਣਾ ਕਿਸ ਵੱਲ ਇਸ਼ਾਰਾ ਕਰਦਾ ਹੈ। ਸਵਾਲ ਇਹ ਵੀ ਕੀਤਾ ਜਾ ਰਿਹਾ ਹੈ ਕਿ ਅਜਿਹਾ ਕੀ ਹੋ ਗਿਆ ਸੀ ਕਿ ਸਾਬਕਾ ਚੋਣ ਕਮਿਸ਼ਨਰ ਜਸਟਿਸ ਦਰਸ਼ਨ ਸਿੰਘ ਵੱਲੋਂ ਆਪਣਾ ਅਹੁਦਾ ਕਿਉਂ ਨਹੀਂ ਸੰਭਾਲਿਆ ਗਿਆ ਸੀ। ਲੋਕਾਂ ਵੱਲੋਂ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਨੂੰ ਐਸਜੀਪੀਸੀ ਚੋਣਾਂ ਕਰਵਾਉਣ ਲਈ ਕਿਉਂ ਨਹੀਂ ਕਿਹਾ ਗਿਆ। ਸੋ ਇਹਨਾਂ ਸਵਾਲਾਂ ਦਾ ਜਵਾਬ ਉਹਨਾਂ ਲੋਕਾਂ ਤੋਂ ਪੁੱਛਣਾ ਪੜਦਾ ਹੈ ਜੋ ਐਸਜੀਪੀਸੀ ਚੋਣਾਂ ਬਾਰੇ ਭਲੀ ਭਾਂਤ ਜਾਣਦੇ ਨੇ। ਸੋ ਅੱਜ ਮੇਰੇ ਨਾਲ ਪ੍ਰੋਗਰਾਮ ਨਜ਼ਰੀਆ ਵਿੱਚ ਮੌਜੂਦ ਨੇ। ਇੱਕ ਕਰਕੇ ਸਭ ਤੋਂ ਪਹਿਲਾਂ ਤਾਰੁਫ ਆਪਣੇ ਖਾਸ ਮਹਿਮਾਨਾਂ ਦਾ ਤੁਹਾਡੇ ਨਾਲ ਕਰਵਾ ਦੇਣਾ। ਸੋ ਗੁਰਬਖਸ਼ ਸਿੰਘ ਖਾਲਸਾ ਜੀ ਮੇਰੇ ਨਾਲ ਮੌਜੂਦ ਨੇ, ਵਾਈਸ ਪ੍ਰੈਜ਼ੀਡੈਂਟ ਨੇ ਐਸਜੀਪੀਸੀ ਦੇ। ਖਾਲਸਾ ਜੀ ਬਹੁਤ-ਬਹੁਤ ਸਵਾਗਤ ਪ੍ਰੋਗਰਾਮ ਨਜ਼ਰੀਆ ਵਿੱਚ। ਇਸ ਤੋਂ ਇਲਾਵਾ ਸਾਡੇ ਨਾਲ ਜੁੜੇ ਹੋਏ ਨੇ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਸੁਖਦੇਵ ਸਿੰਘ ਭੌਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ। ਇਸ ਤੋਂ ਇਲਾਵਾ ਸਾਡੇ ਨਾਲ ਜੁੜੇ ਹੋਏ ਨੇ ਪ੍ਰਧਾਨ ਦਰਬਾਰੇ ਖਾਲਸਾ ਦੇ ਸਰਦਾਰ ਹਰਜਿੰਦਰ ਸਿੰਘ ਮਾਜੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਕਥਾ ਵਿਚਾਰਾਂ ਵਿੱਚ ਅਕਸਰ ਤੁਸੀਂ ਇਹਨਾਂ ਨੂੰ ਦੇਖਦੇ ਹੋ, ਸੁਣਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਇੱਕ ਕਰਕੇ ਤੁਹਾਡਾ ਮੈਂ ਨਜ਼ਰੀਆ ਜਾਣਨਾ ਚਾਹਾਂਗਾ ਕਿ ਆਖਰ ਕਿਉਂਕਿ ਵਾਰ-ਵਾਰ ਸਵਾਲ ਪੁੱਛੇ ਜਾ ਰਹੇ ਨੇ ਕਿ ਜਸਟਿਸ ਰਿਟਾਇਰਡ ਐਸਐਸ ਸਾਰੋਂ ਯਾਨੀ ਕਿ ਸੁਰਿੰਦਰ ਸਿੰਘ ਸਾਰੋਂ ਸਾਹਿਬ ਚੋਣ ਕਮਿਸ਼ਨਰ ਤਾਂ ਨਿਯੁਕਤ ਕਰ ਦਿੱਤੇ ਗਏ ਨੇ, ਪਰ ਐਸਜੀਪੀਸੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀ ਛੇਤੀ ਸੰਭਵ ਹੋ ਪਾਏਗਾ। ਗੁਰਬਖਸ਼ ਸਿੰਘ ਖਾਲਸਾ ਜੀ, ਸਭ ਤੋਂ ਪਹਿਲਾਂ ਇਹ ਸਵਾਲ ਤਾਂ ਮੈਂ ਤੁਹਾਡੇ ਤੋਂ ਹੀ ਜਾਣਨਾ ਚਾਹਾਂਗਾ ਕਿਉਂਕਿ ਤੁਸੀਂ ਉਪ ਪ੍ਰਧਾਨ ਵੀ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਕੀ ਕਹਿਣਾ ਚਾਹੋਗੇ, ਕਦੋਂ ਤੱਕ ਅਸੀਂ ਉਮੀਦ ਲਗਾ ਸਕਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਕੀਤਾ ਜਾਏਗਾ? ਵਾਹਿਗੁਰੂ ਜੀ ਕਾ ਖਾਲਸਾ। ਜਿਸ ਅੱਜ ਐਸਐਸ ਸਾਰੋਂ ਸਾਹਿਬ ਦੀ ਨਿਯੁਕਤੀ ਕੀਤੀ ਗਈ ਹੈ ਬਤੌਰ ਚੀਫ ਗੁਰਦੁਆਰਾ ਇਲੈਕਸ਼ਨ ਕਮਿਸ਼ਨ, ਤੇ ਮੈਂ ਸਮਝਦਾ ਕਿ ਚੰਗੀ ਗੱਲ ਹੈ, ਅਸੀਂ ਇਹਦਾ ਸਵਾਗਤ ਕਰਦੇ ਹਾਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਇਕੱਲਾ ਇਲੈਕਸ਼ਨ ਤੱਕ ਹੀ ਜਿਹੜੇ ਚੀਫ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਜਿਹੜੇ ਮੁਖੀ ਨੇ ਉਹਨਾਂ ਦਾ ਕੰਮ ਇਕੱਲੇ ਇਲੈਕਸ਼ਨ ਤੱਕ ਨਹੀਂ ਹੁੰਦਾ, ਹੋਰ ਵੀ ਬਹੁਤ ਸਾਰੇ ਕਾਰਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਉਹਨਾਂ ਰਾਹੀਂ ਹੋਏ ਹੁੰਦੇ ਨੇ। ਸੋ ਤੁਸੀਂ ਜਿਹੜਾ ਸਵਾਲ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦਾ, ਕਿਉਂਕਿ ਇਹ ਜਿਹੜੀ ਪ੍ਰੋਸੈਸ ਸ਼ੁਰੂ ਹੋਈ ਹੈ, ਹਜੇ ਉਹਨਾਂ ਨੇ ਚਾਰਜ ਲੈਣਾ, ਤੋਂ ਅੱਗੇ ਚੱਲ ਕੇ ਹਜੇ ਵੋਟਾਂ ਬਣਨੀਆਂ ਨੇ, ਤੇ ਮੈਨੂੰ ਲੱਗਦਾ ਘੱਟੋ ਘੱਟ 7-8 ਮਹੀਨੇ ਦਾ ਜਿਹੜਾ ਪ੍ਰੋਸੈਸ ਹੈ ਹਜੇ ਇਹ ਜਿਹੜਾ ਹੈਗਾ ਸਾਡੇ ਸਾਹਮਣੇ ਆਏਗਾ। ਜੀ 7-8 ਮਹੀਨਿਆਂ ਦਾ ਸਮਾਂ ਤੁਹਾਨੂੰ ਲੱਗਦਾ ਕਿ ਹੋਰ ਲੱਗ ਸਕਦਾ ਹੈ? ਭੌਰ ਸਾਹਿਬ, ਜਿਵੇਂ ਗੁਰਬਖਸ਼ ਸਿੰਘ ਖਾਲਸਾ ਜੀ ਕਹਿ ਰਹੇ ਨੇ ਕਿ 7-8 ਮਹੀਨਿਆਂ ਦਾ ਸਮਾਂ ਹੋਰ ਲੱਗ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ, ਤੁਸੀਂ ਕੀ ਸਮਝਦੇ ਹੋ? ਇੰਨਾ ਕੁ ਤਾਂ ਲੱਗ ਹੀ ਜਾਣਾ ਜੀ। ਇਹਦੇ 'ਚ ਇਸ ਤਰ੍ਹਾਂ ਹੁੰਦਾ ਹੈ, ਜਦੋਂ ਗਵਰਨਮੈਂਟ ਆਫ ਇੰਡੀਆ ਨਾ ਹੋਮ ਮਿਨਿਸਟਰੀ ਜਦੋਂ ਕਿਸੇ ਨੂੰ ਇਲੈਕਸ਼ਨ ਕਮਿਸ਼ਨ ਅਪੁਆਇੰਟ ਕਰਦੀ ਹੈ, ਉਹਦੇ ਲਈ ਫਿਰ ਇਹ ਹੁੰਦਾ ਹੈ ਵੀ ਪਹਿਲਾਂ ਉਹਨਾਂ ਨੇ ਜਿਹੜੀਆਂ ਪਾਰਟੀਆਂ ਇੰਟਰਸਟਿਡ ਹੈ ਜਿਹੜੀ ਚੋਣ ਲੜਨੀਆਂ ਚਾਹੁੰਦੀਆਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਨੀ ਹੁੰਦੀ ਹੈ। ਫਿਰ ਰਜਿਸਟ੍ਰੇਸ਼ਨ ਤੋਂ ਬਾਅਦ ਫਿਰ ਮੀਟਿੰਗਸ ਲੈਂਦੇ ਆ 2-3 ਜਿਹੜੀਆਂ ਮੀਟਿੰਗ ਦੇ ਵਿੱਚ ਹੁੰਦਾ ਵੀ ਇਲੈਕਸ਼ਨ ਤੁਸੀਂ ਦੱਸੋ ਕੀ ਸੁਝਾਅ ਨੇ ਜੋ ਪਿਛਲੇ ਸਮੇਂ 'ਚ ਕਮੀਆਂ ਰਹਿ ਗਈਆਂ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ। ਫਿਰ ਉਹ ਮੀਟਿੰਗਸ ਤੋਂ ਬਾਅਦ ਫਿਰ ਜਦੋਂ ਗਵਰਨਮੈਂਟ ਆਫ ਇੰਡੀਆ ਇਲੈਕਸ਼ਨ ਡਿਕਲੇਅਰ ਕਰ ਦਿੰਦੀ ਆ, ਫਿਰ ਇਹਨੇ ਆਪਣਾ ਇਲੈਕਸ਼ਨ ਕਮਿਸ਼ਨ ਨੇ ਪ੍ਰੋਗਰਾਮ ਦੇਣਾ ਹੁੰਦਾ ਇਲੈਕਸ਼ਨ ਦਾ ਵੀ ਇੰਨੀ ਦੇਰ 'ਚ ਵੋਟਾਂ ਬਣ ਗਈਆਂ, ਇੰਨੀ ਦੇਰ 'ਚ ਇਤਰਾਜ਼ ਲੱਗਣਗੇ, ਫਿਰ ਹਲਕਾਬੰਦੀ ਦੇ ਬਾਰੇ ਸੰਬੰਧੀ ਜੇ ਕੋਈ ਗੱਲ ਕਰਨੀ ਹੋਵੇ ਉਹ ਕਰਨੀ ਹੁੰਦੀ ਹੈ, ਤੇ ਜਾਂ ਫਿਰ ਉਸ ਤੋਂ ਬਾਅਦ ਕੀ ਹੁੰਦਾ ਫਿਰ ਜਿਹੜਾ ਅਗਲਾ ਪ੍ਰੋਗਰਾਮ ਹੁੰਦਾ ਇਲੈਕਸ਼ਨ ਦਾ ਵੀ ਇੰਨੀ ਤਰੀਕ ਨੂੰ ਇਲੈਕਸ਼ਨ ਹੋਏਗੀ, ਇੰਨੀ ਨੂੰ ਨੋਮੀਨੇਸ਼ਨਸ ਹੋਣਗੀਆਂ, ਇੰਨੇ ਨੂੰ ਪੇਪਰ ਦੇਖੇ ਜਾਣਗੇ, ਸਕਰੂਟਨੀ ਹੋਏਗੀ, ਵਾਪਸ ਲੈ ਜਾਣਗੇ, ਇਹ ਲੱਗ ਜਾਂਦੇ, ਇੰਨਾ ਕੁ ਸਮਾਂ ਤਾਂ ਲੱਗੇਗਾ। ਠੀਕ ਹੈ ਜੀ। ਹਰਜਿੰਦਰ ਸਿੰਘ ਮਾਜੀ ਸਾਹਿਬ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਪਿਛਲੇ ਕੁਝ ਸਾਲਾਂ ਤੋਂ ਐਸਜੀਪੀਸੀ ਚੋਣਾਂ ਦਾ ਨਾ ਹੋਣਾ ਕਿਸ ਵੱਲ ਇਸ਼ਾਰਾ ਕਰਦਾ ਹੈ, ਅਤੇ ਹੁਣ ਜੇਕਰ ਚੋਣਾਂ ਕਰਵਾਈਆਂ ਜਾਂਦੀਆਂ ਨੇ ਤਾਂ ਕੀ ਤੁਹਾਨੂੰ ਲੱਗਦਾ ਕਿ ਬਾਦਲ ਧੜੇ ਲਈ ਇਹ ਇੱਕ ਚੰਗਾ ਸਮਾਂ ਮੰਨਿਆ ਜਾ ਸਕਦਾ ਹੈ? ਬਿਲਕੁਲ ਜੀ, ਦੇਖੋ
ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੀ ਐਸਜੀਪੀਸੀ ਦੀ ਮੌਜੂਦਾ ਟਰਮ ਸੀਗੀ ਮੌਜੂਦਾ ਪ੍ਰਬੰਧਕਾਂ ਦੀ ਉਹ 2016 ਦੇ ਵਿੱਚ ਪੂਰੀ ਹੋ ਚੁੱਕੀ ਹੈ, ਪਰ ਇਹਦੇ ਬਾਵਜੂਦ ਵੀ ਆਪਾਂ ਕਹਿ ਸਕਦੇ ਹਾਂ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਇੱਕ ਕਾਬਜ਼ ਹੋ ਕੇ ਗੁਰਦੁਆਰਿਆਂ ਵਿੱਚ ਬੰਦੇ ਬੈਠੇ ਸੀਗੇ। ਔਰ ਮੈਂ ਕਹਿੰਦਾ ਵੀ ਇਹ ਬਹੁਤ ਦੇਰੀ ਨਾਲ ਜਿਹੜਾ ਫੈਸਲਾ ਲਿਆ ਕਮਿਸ਼ਨ ਸਾਹਿਬ ਦੀ ਜਿਹੜੀ ਨਿਯੁਕਤੀ ਹੋਈ ਹੈ ਉਹਦਾ ਅਸੀਂ ਸਵਾਗਤ ਕਰਦੇ ਹਾਂ। ਔਰ ਇਹ ਜਿਹੜਾ ਬਾਦਲ ਕਾ ਪਰਿਵਾਰ ਹੈ, ਖਾਸ ਤੌਰ ਤੇ ਜਿਹੜੀ ਸਾਂਝ ਇਹਨਾਂ ਦੀ ਬੀਜੇਪੀ ਦੇ ਨਾਲ ਸੀਗੀ, ਉਸ ਸਾਂਝ ਦੇ ਜ਼ਰੀਏ, ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਇਹਨਾਂ ਦੀ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਪੋਜੀਸ਼ਨ ਹੈ ਉਹ ਬਹੁਤ ਹੁਣ ਨੀਵੇਂ ਪੱਧਰ ਤੇ ਆ ਚੁੱਕੀ ਹੈ, ਤਾਂ ਇਹ ਪੂਰਾ ਜ਼ੋਰ ਲਾਉਂਦੇ ਰਹੇ। ਪਹਿਲਾਂ ਤਾਂ ਇਹਨਾਂ ਨੇ ਲੋਕਾਂ ਨੂੰ ਇਹ ਵੀ ਗੁੰਮਰਾਹ ਕੀਤਾ ਸੀਗਾ ਕਿ ਸਾਨੂੰ 5 ਸਾਲ ਦਾ ਸਮਾਂ ਐਕਸਟਰਾ ਮਿਲ ਗਿਆ, ਹੋਰ ਸਮਾਂ ਮਿਲ ਗਿਆ, ਜਿਹੜਾ ਕੇਸ ਚੱਲਦਾ ਸੀਗਾ ਸਹਿਜਧਾਰੀ ਵਾਲਾ, ਉਹਦੇ ਕਰਕੇ ਸਾਨੂੰ ਦੁਬਾਰਾ ਸਮਾਂ ਮਿਲ ਗਿਆ। ਪਰ ਜਦੋਂ ਹੁਣ ਇਹ ਫੂਲਕਾ ਸਾਹਿਬ ਨੇ ਇੱਕ ਚਿੱਠੀ ਲਿਖੀ ਸੀਗੀ ਪ੍ਰਧਾਨ ਮੰਤਰੀ ਸਾਹਿਬ ਨੂੰ, ਉਸ ਚਿੱਠੀ ਦੇ ਜਵਾਬ ਵਿੱਚ ਜਦੋਂ ਨਰਿੰਦਰ ਮੋਦੀ ਜੀ ਨੇ ਵੀ ਇਹ ਕਹਿਤਾ ਕਿ ਦਸੰਬਰ 2016 ਦੇ ਵਿੱਚ ਟਰਮ ਤਾਂ ਪੂਰੀ ਹੋ ਚੁੱਕੀ ਹੈ ਇਹਨਾਂ ਦੀ, ਤਾਂ ਮਤਲਬ ਇਹ ਪਹਿਲੀ ਵਾਰੀ ਲੋਕਾਂ ਦੇ ਸਾਹਮਣੇ ਗੱਲ ਆਈ ਕਿ ਇਹ ਇੱਕ ਅਸਰ ਰਸੂਖ ਨੂੰ ਦੀ ਵਰਤੋਂ ਕਰਦੇ ਆ, ਇਸ ਤਰੀਕੇ ਨਾਲ ਇਹ ਬੈਠੇ ਸੀਗੇ। ਬਾਕੀ ਸੰਗਤ ਜਿਹੜੀ ਹੈ ਪੰਜਾਬ ਦੇ ਜਿਹੜੇ ਲੋਕ ਨੇ, ਦੁਨੀਆ ਭਰ ਵਿੱਚ ਬੈਠੇ ਹੋਏ ਜਿਹੜੇ ਸਿੱਖ ਨੇ, ਉਹ ਇਸ ਕਰਕੇ ਬਹੁਤ ਜ਼ਿਆਦਾ ਬੇਚੈਨ ਨੇ ਕਿਉਂਕਿ ਇਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਹੁੰਦਿਆਂ ਇਹੋ ਜਿਹੀ ਧੱਜੀਆਂ ਉਡਾਈਆਂ ਨੇ ਸਾਡੀ ਮਰਿਆਦਾ ਦੀਆਂ, ਸਾਡੀਆਂ ਸਿੱਖਾਂ ਦੀਆਂ ਪਰੰਪਰਾਵਾਂ ਦੀਆਂ, ਸਾਰੇ ਕੰਮ ਤਹਿਸ-ਨਹਿਸ ਕਰਕੇ ਰੱਖ ਦਿੱਤਾ। ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਧਾਂਤ ਹੋਵੇ, ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਖੁਰਦ-ਬੁਰਦ ਕਰਨ ਦੇ ਜਿਹੜੇ ਦੋਸ਼ ਨੇ ਉਹ ਸ਼੍ਰੋਮਣੀ ਕਮੇਟੀ ਤੇ ਲੱਗਣ। ਇਸ ਕਰਕੇ ਜਿਹੜੀ ਸਿੱਖਾਂ ਦੇ ਵਿੱਚ ਬੇਚੈਨੀ ਹੈ ਉਹ ਹੋਰ ਵੀ ਜ਼ਿਆਦਾ ਵੱਧ ਰਹੀ ਸੀਗੀ। ਜਿਵੇਂ ਭੌਰ ਸਾਹਿਬ ਨੇ ਜਾਂ ਸਾਡੇ ਸੱਜਣਾ ਨੇ ਦੱਸਿਆ ਕਿ ਸਮਾਂ ਲੱਗਣਾ ਹੈ ਅਜੇ 8-7 ਮਹੀਨਿਆਂ ਦਾ, ਕੋਈ ਗੱਲ ਨਹੀਂ, ਪਰ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿੰਨਾ ਛੇਤੀ ਹੋ ਸਕਦਾ ਹੈ ਉਹ ਤੁਰੰਤ ਹਰਕਤ ਦੇ ਵਿੱਚ ਆਉਣ। ਕਮਿਸ਼ਨ ਸਾਹਿਬ ਜਿਹੜਾ ਇਹ ਚੋਣਾਂ ਹੋ ਜਾਣ ਸੋਹਣੇ ਢੰਗ ਦੇ ਨਾਲ, ਸੁਚੱਜੇ ਢੰਗ ਨਾਲ। ਵੋਟਰ ਸੂਚੀਆਂ ਪਿਛਲੀ ਵਾਰ ਇਸ ਤਰ੍ਹਾਂ ਹੁੰਦਾ ਰਿਹਾ ਕਿ ਜਾਲੀ ਵੋਟਾਂ ਜਿਹੜੀਆਂ ਗੁਰਦੁਆਰਾ ਚੋਣਾਂ ਦੇ ਵਿੱਚ ਹੁੰਦੀਆਂ ਰਹੀਆਂ ਨੇ, ਤਾਂ ਮੈਂ ਨਾਲ ਇਹ ਬੇਨਤੀ ਕਰਦਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਜ਼ਰੀਏ ਕਿ ਜਿਹੜਾ ਵੋਟਰ ਸੂਚੀਆਂ ਦੇ ਉੱਪਰ ਫੋਟੋਆਂ ਜ਼ਰੂਰ ਲੱਗਣ ਤਾਂ ਜੋ ਜਿਹੜਾ ਕਿਸੇ ਨੂੰ ਵੀ ਜਾਲੀ ਵੋਟ ਪਾਉਣ ਦਾ ਜਿਹੜਾ ਮੌਕਾ ਨਾ ਬਣੇ ਜੀ। ਠੀਕ ਹੈ ਭੌਰ ਸਾਹਿਬ, ਦੇਖੋ ਕਿਸ ਤਰ੍ਹਾਂ ਦੇ ਕਈ ਇਲਜ਼ਾਮ ਲੱਗ ਰਹੇ ਨੇ, ਜਿਵੇਂ ਹਰਜਿੰਦਰ ਸਿੰਘ ਮਾਝੀ ਸਾਹਿਬ ਕਹਿ ਰਹੇ ਨੇ, ਅਤੇ ਲਗਾਤਾਰ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਇਲਜ਼ਾਮ ਐਸਜੀਪੀਸੀ ਤੇ ਦਿਨ ਬ ਦਿਨ ਲੱਗਦੇ ਆ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ ਇਹਨਾਂ ਇਲਜ਼ਾਮਾਂ ਦੀ ਸੱਚਾਈ ਕੀ ਹੈ? ਦੇਖੋ ਮਾਝੀ ਸਾਹਿਬ ਬੜੇ ਰਿਸਪੈਕਟਫੁਲ ਆ, ਮੈਂ ਸਾਰਿਆਂ ਦਾ ਸਤਿਕਾਰ ਕਰਦਾ, ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਇਸ ਸੰਸਥਾ ਦੇ ਉੱਤੇ ਪ੍ਰਬੰਧਕ ਬਣਿਆ ਰਹਿ ਸਕਦਾ। ਕੋਰਟਾਂ ਨੇ, ਹਾਈ ਕੋਰਟ ਹੈ ਤੇ ਸੁਪਰੀਮ ਕੋਰਟ ਹੈ, ਗੈਰ ਕਾਨੂੰਨੀ ਕੁਝ ਨਹੀਂ ਹੁੰਦਾ। ਇੱਕ ਐਸਜੀਪੀਸੀ ਦੇ ਐਕਟ ਦੇ ਵਿੱਚ ਕਲੌਜ਼ ਹੈ 1925 ਐਕਟ ਦੇ ਵਿੱਚ, ਸਿੱਖ ਗੁਰਦੁਆਰਾ ਐਕਟ 1925 ਚ, ਵੀ ਜਦੋਂ ਤੱਕ ਨਵਾਂ ਹਾਊਸ ਨਹੀਂ ਬਣਦਾ ਪੁਰਾਣਾ ਹਾਊਸ ਹੀ ਕੰਮ ਕਰੇਗਾ, ਬੇਸ਼ੱਕ 20 ਸਾਲ ਚੋਣਨਾ ਜੀ। ਪਿਛਲਾ ਤੁਸੀਂ ਜੇ ਸਿਲਸਿਲਾ ਸਾਰਾ ਚੈੱਕ ਕਰੋ ਤੇ ਕਈ ਵਾਰੀ 24 25 ਸਾਲ ਚੋਣ ਨਹੀਂ ਹੋਈ। ਇਹ ਗੱਲ ਨਹੀਂ ਹੈ ਵੀ ਕਿਸੇ ਨੇ ਕੋਈ ਨਜਾਇਜ਼ ਕਬਜ਼ਾ ਕਰ ਲਿਆ ਜਾਂ ਕਿਵੇਂ ਕਰ ਲਿਆ। ਇਹ ਕਾਨੂੰਨ ਤੋਂ ਬਿਨਾਂ ਇਹ ਸੰਸਥਾ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ। ਇਹ ਸੰਸਥਾ ਨੂੰ ਚਲਾਉਣ ਦੇ ਲਈ ਗੁਰਦੁਆਰਾ ਐਕਟ ਹੈ, ਫਿਰ ਸਰਵਿਸ ਰੂਲਸ ਨੇ, ਫਿਰ ਪ੍ਰਬੰਧ ਸਕੀਮ ਹੈ, ਬਾਈ ਲਾਜ਼ ਨੇ, ਇਹ ਸਾਰਾ ਕੁਝ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੀ ਹੈ। ਆ ਜਿਹੜੀਆਂ ਕੁਝ ਕਮੀਆਂ ਬਾਹਰ ਵੀ ਆਈਆਂ ਨਾ, ਜੇ ਕਾਨੂੰਨੀ ਪ੍ਰਕਿਰਿਆ ਨਾ ਹੁੰਦੀ ਤੇ ਬਾਹਰ ਵੀ ਨਹੀਂ ਆ ਸਕਦੀਆਂ ਸੀ। ਅਸੀਂ ਕੇਵਲ ਵਿਰੋਧ ਲਈ ਵਿਰੋਧ ਨਾ ਕਰੀਏ। ਹਾਂ ਠੀਕ ਹੈ, ਇਹ ਸੰਸਥਾ ਦੇ ਵਿੱਚ ਕੁਝ ਗੱਲਾਂ ਐਸੀਆਂ ਹੋਈਆਂ ਜਿਹਦੇ ਨਾਲ ਇਹ ਸੰਸਥਾ ਦੀ ਭਰੋਸੇਯੋਗਤਾ ਨੂੰ ਸੱਟ ਵੱਜੀ ਹੈ। ਕੁਝ ਗੱਲਾਂ ਐਸੀਆਂ ਹੋਈਆਂ ਪੰਥਕ ਸੰਸਥਾਵਾਂ ਦੇ ਵਕਾਰ ਨੂੰ ਸੱਟ ਵੱਜੀ ਹੈ। ਉਹ ਵਕਾਰ ਬਹਾਲੀ ਦੀ ਲੜਾਈ ਸਮੁੱਚੇ ਖਾਲਸਾ ਪੰਥ ਨੂੰ ਮਿਲ ਕੇ ਲੜਨੀ ਚਾਹੀਦੀ। ਉਹਦੇ ਚ ਬੇਸ਼ੱਕ ਅਸੀਂ ਕਿਸੇ ਵੀ ਧਿਰ ਨਾਲ ਸੰਬੰਧਿਤ ਹੈ, ਕਿਸੇ ਵੀ ਧੜੇ ਨਾਲ ਸਹਿਤ ਸਿੱਖਣਾ ਪਹਿਲਾਂ ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ ਵੀ ਜੋ ਕਮੀਆਂ ਪਿਛਲੇ ਸਮੇਂ 'ਚ ਰਹਿ ਗਈਆਂ ਉਹ ਆਉਣ ਵਾਲੇ ਸਮੇਂ 'ਚ ਨਾ ਹੋਣ, ਉਹਨਾਂ ਦੇ ਲਈ ਕੀ ਕੀਤਾ ਜਾਣਾ ਚਾਹੀਦਾ। ਜਿਵੇਂ ਮਾਝੀ ਸਾਹਿਬ ਨੇ ਕਿਹਾ ਵੀ ਇਹ ਵੋਟਰ ਆਈਡੀ ਕਾਰਡ ਦੇ ਉੱਤੇ ਫੋਟੋ ਲੱਗਣੀ ਚਾਹੀਦੀ ਹੈ, ਇਹਦੇ ਨਾਲ ਹੋਰ ਵੀ ਬੜੇ ਸੁਝਾਅ ਨੇ। ਉਹ ਸਾਰੀਆਂ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸਦੇ ਹਾਂ
ਜਦੋਂ 1996 ਚ ਚੋਣ ਹੋਈ ਹੈ ਨਾ, ਮੇਰੇ ਖਿਆਲ ਉਸ ਤੋਂ ਬਾਅਦ ਕੋਈ ਇਹ ਅਮਲ ਨਹੀਂ ਹੋਇਆ। ਉਸ ਤੋਂ ਬਾਅਦ ਟੌੜਾ ਸਾਹਿਬ ਸੀਗੇ, ਬਾਕੀ ਲੀਡਰ ਸਾਰੇ ਬਰਾਬਰ ਦੇ ਲੀਡਰ ਸੀ, ਕੋਈ ਇੱਕ ਪਰਿਵਾਰ ਦਾ ਕਬਜ਼ਾ ਨਹੀਂ ਸੀ ਉਸ ਵੇਲੇ। ਤੇ 1996 ਦੀ ਚੋਣ ਦੇ ਵਿੱਚ ਹਰ ਇੱਕ ਜਿਹੜਾ ਕੈਂਡੀਡੇਟ ਬਣਨ ਦਾ ਚਾਹਵਾਨ ਸੀ, ਉਹਦੇ ਲਈ 16 ਨੁਕਾਤੀ ਇੱਕ ਫਾਰਮ ਬਣਾਇਆ ਗਿਆ ਸੀ, ਪਰਫਾਰਮਾ ਬਣਾਇਆ ਗਿਆ ਸੀ। ਉਹਦੇ ਵਿੱਚ ਉਹ ਸਾਰੀਆਂ ਗੱਲਾਂ ਸੀਗੀਆਂ ਵੀ ਤੁਹਾਨੂੰ ਬਾਣੀਆਂ ਕਿੰਨੀਆਂ ਕੰਠ ਨੇ, ਤੁਸੀਂ ਕੀ ਕਰ ਸਕਦੇ ਹੋ, ਤੁਹਾਡੀ ਪੰਥਕ ਸੇਵਾ ਕੀ ਹੈ, ਤੁਹਾਡੇ ਪਰਿਵਾਰ ਦੀ ਸੇਵਾ ਕੀ ਹੈ, ਤੇ ਉਹ ਸਾਰਾ ਕੁਝ ਪਿਛੋਕੜ ਜਾਣਨ ਦੇ ਲਈ ਉਹ 16 ਨੁਕਾਤੀ ਪ੍ਰੋਗਰਾਮ ਸੀ। ਔਰ ਉਹਦੇ ਵਿੱਚ ਵੱਡੀ ਲੀਡਰਸ਼ਿਪ ਜਿੰਨੀ ਵੀ ਸੀਗੀ, ਜਦੋਂ ਅਸੀਂ ਸਾਡੀ ਪਹਿਲੀ ਵਾਰੀ ਇਲੈਕਸ਼ਨ ਹੋਈ ਹੈ, ਉਹਦੇ ਵਿੱਚ ਟੌੜਾ ਸਾਹਿਬ, ਬਾਦਲ ਸਾਹਿਬ, ਫਿਰ ਬਡਾਲਾ ਸਾਹਿਬ, ਢੀਂਡਸਾ ਸਾਹਿਬ, ਭੁੰਦੜ ਸਾਹਿਬ, ਬਰਨਾਲਾ ਸਾਹਿਬ, ਇਹ ਸਾਰੇ ਲੀਡਰ ਬੈਠ ਕੇ ਵਿਚਾਰ ਕਰਦੇ। ਤੇ ਹੋਣ ਵਾਲਾ ਮਾਹੌਲ ਨਹੀਂ ਸੀ ਵੀ ਜਿਹਨੂੰ ਮਰਜ਼ੀ ਚਿੱਤ ਕੀਤਾ ਤੇ ਪਰਿਵਾਰ ਨੇ ਟਿਕਟ ਦੇ ਦਿੱਤੀ ਤੇ ਬਾਕੀ ਵਿਚਾਰੇ ਤੁਰੇ ਫਿਰਦੇ ਰਹਿ ਗਏ। ਇਦਾਂ ਨਹੀਂ ਸੀ, ਉਹ ਮੈਰਿਟ ਤੇ ਚੋਣ ਹੋਈ ਸੀ। ਮੈਂ ਉਸ ਤੋਂ ਬਾਅਦ ਜਦੋਂ ਨਿਗਾਹ ਆਇਆ, ਜਦੋਂ ਦੇ ਮੈਂਬਰ ਬਣੇ, ਸਾਡੇ ਵਿੱਚ ਕਈ ਮੈਂਬਰ ਜਿਹੜੇ ਫੀਮ ਦੇ ਕੇਸ ਵਿੱਚ ਵੀ ਫੜੇ ਗਏ, ਜਿਨ੍ਹਾਂ ਦੀਆਂ ਗੱਡੀਆਂ ਦੇ ਵਿੱਚੋਂ ਨਸ਼ੀਲੇ ਪਦਾਰਥ ਫੜੇ ਗਏ, ਉਹਨਾਂ ਦੇ ਪਰਚੇ ਵੀ ਦਰਜ ਹੋਏ। ਮੈਂ ਦੋ ਤਿੰਨਾਂ ਨੂੰ ਪੁੱਛ ਬੈਠਾ ਵੀ ਇਹ ਤੁਸੀਂ ਕਿਵੇਂ ਕੀਤਾ? ਉਹ ਕਹਿੰਦੇ ਸਾਨੂੰ ਤਾਂ ਕਹਿੰਦੇ ਵੀ ਧੜੇ ਦੇ ਪੱਕੇ ਰਹੋ, ਕੋਈ ਗੱਲ ਨਹੀਂ, ਅੰਮ੍ਰਿਤ ਬਾਅਦ ਛਕ ਲਿਓ। ਇਹ ਗੱਲਾਂ ਨਿਗਾਰ ਵਾਲੇ ਪਾਸੇ ਜਾਂਦੀਆਂ। ਫਿਰ ਮੈਂ ਇੱਕ ਚਿੱਠੀ ਲਿਖੀ ਸੀ ਉਸ ਜਥੇਦਾਰ ਸਾਹਿਬ ਨੂੰ ਵੀ ਜਥੇਦਾਰ ਸਾਹਿਬ, ਜਦੋਂ ਦੂਜੀ ਚੋਣ ਹੋਣੀ ਆ 2004 ਵਾਲੀ, ਤੁਸੀਂ ਕਿਰਪਾ ਕਰਕੇ ਕਰੋ ਵੀ ਜਿੰਨੀਆਂ ਵੀ ਧਿਰਾਂ ਚੋਣ ਲੜਨੀਆਂ ਚਾਹੁੰਦੀਆਂ, ਇੱਕ ਪੈਨਲ ਬਣਾ ਦਿਓ, ਹਰ ਇੱਕ ਕੈਂਡੀਡੇਟ ਚਾਹੇ ਕਿਸੇ ਵੀ ਪਾਰਟੀ ਦਾ, ਉਹ ਆਪਣੇ ਸਮੇਤ ਪਰਿਵਾਰ ਉਸ ਪੈਨਲ ਦੇ ਸਾਹਮਣੇ ਪੇਸ਼ ਹੋਵੇ, ਔਰ ਉਹ ਜਾ ਕੇ ਘੱਟੋ ਘੱਟ ਉਹਦੀ ਚਿਹਰਾ ਮੋਹਰਾ ਦੇਖੋ ਕਿ ਸਿੱਖ ਹੈਗਾ, ਤੇ ਫਿਰ ਉਹਦੀ ਪੰਥਕ ਸੇਵਾ ਦੇਖੋ। ਜਿਹਨੂੰ ਤੁਸੀਂ ਐਨਓਸੀ ਦੇ ਦਿਓਗੇ ਨਾ ਵੀ ਇਹ ਚੋਣ ਲੜ ਸਕਦਾ, ਉਹਦੀ ਸੰਬੰਧਿਤ ਪਾਰਟੀ ਉਹਨੂੰ ਉਸ ਕੈਂਡੀਡੇਟ ਨੂੰ ਹੀ ਟਿਕਟ ਦੇ। ਤੇ ਲੜਨ ਬੇਸ਼ੱਕ ਸਾਰੇ ਹੀ ਫਰੈਂਡਲੀ ਮੈਚ ਖੇਡਣ, ਆਪਣੇ ਅਸੀਂ ਸਾਰੇ ਭਰਾ ਹੀ ਆ, ਕਿਸੇ ਧਿਰ ਵੱਲੋਂ ਵੀ ਲੜੀਏ, ਪਰੰਤੂ ਇਹ ਜ਼ਰੂਰੀ ਹੋਵੇ ਵੀ ਉਹ ਲਿਆਕਤ, ਉਹਦੀ ਸਿੱਖੀ ਪ੍ਰਤੀ ਪ੍ਰਤੀਬੱਧਤਾ, ਔਰ ਉਹਦਾ ਜਿਹੜਾ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਖਾਲਸਾਈ ਸਿਧਾਂਤ ਹੈ, ਉਹਦਾ ਪਹਿਰੇਦਾਰ ਕਿੰਨਾ, ਇਹ ਜ਼ਰੂਰ ਚੈੱਕ ਕੀਤਾ ਜਾਣਾ ਚਾਹੀਦਾ। ਬਿਲਕੁਲ ਠੀਕ ਹੈ। ਖਾਲਸਾ ਸਾਹਿਬ, ਤੁਹਾਡੇ ਤੋਂ ਵੀ ਜਾਣਨਾ ਚਾਹਾਂਗੇ, ਕਿਉਂਕਿ ਲਗਾਤਾਰ ਐਸਜੀਪੀਸੀ ਦੇ ਇਲਜ਼ਾਮ ਜਿਹੜੇ ਲੱਗ ਰਹੇ ਨੇ ਉਹ ਵਾਕਈ ਚਿੰਤਾ ਦਾ ਵਿਸ਼ਾ ਵੀ ਨੇ, ਕਿਉਂਕਿ ਇੱਕ ਅਜਿਹੀ ਜਥੇਬੰਦੀ ਤੇ ਇਲਜ਼ਾਮ ਲੱਗਣਾ ਜਿਸ ਜਥੇਬੰਦੀ ਦਾ ਮੁਕਾਮ ਸਿਰਫ ਪੰਜਾਬ ਤੱਕ ਹੀ ਨਹੀਂ ਹੈ, ਬਲਕਿ ਪੂਰੀ ਦੁਨੀਆ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਿਚਰਦੇ ਨੇ ਐਸਜੀਪੀਸੀ ਨੂੰ ਜ਼ਰੂਰ ਵੇਖਦੇ ਨੇ, ਐਸਜੀਪੀਸੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਤੇ ਜ਼ਰੂਰ ਉਹਨਾਂ ਦੀ ਪੈਣੀ ਨਜ਼ਰ ਹੁੰਦੀ ਹੈ, ਤਿੱਖੀ ਨਜ਼ਰ ਹੁੰਦੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇਹ ਇਲਜ਼ਾਮ ਲੱਗ ਰਹੇ ਨੇ, ਔਰ ਜਿਹੜੀਆਂ ਚੋਣਾਂ ਪਿਛਲੇ ਸਾਲਾਂ 'ਚ ਨਹੀਂ ਹੋਈਆਂ, ਜਿਹੜੀਆਂ ਹੋਣੀਆਂ ਚਾਹੀਦੀਆਂ ਸੀ? ਜਿਹੜੀ ਭੌਰ ਸਾਹਿਬ ਨੇ ਜਿਸ ਗੱਲ ਨੂੰ ਮੈਂ ਸਮਝਦਾ ਜਸਟੀਫਾਈ ਕੀਤਾ, ਕਿਉਂਕਿ ਜੇ ਮੈਂ ਕੋਈ ਗੱਲ ਕਰਦਾ ਤਾਂ ਸ਼ਾਇਦ ਉਸ ਗੱਲ ਦੇ ਉੱਤੇ ਫਿਰ ਕੋਈ ਕਿੰਤੂ ਪ੍ਰੰਤੂ ਭੌਰ ਸਾਹਿਬ ਦੀ ਡਿਟੇਲ ਦੇ ਨਾਲ ਸਾਰਾ ਪ੍ਰੋਸੈਸ ਜਿਹੜਾ ਹੈਗਾ ਉਹ ਸੰਗਤ ਦੇ ਨਾਲ, ਜਿਹੜੀ ਹੈਗੀ ਆਡੀਅנס ਦੇ ਨਾਲ ਸਾਂਝਾ ਕੀਤਾ। ਤੇ ਜਿੱਥੇ ਤੱਕ ਇਲਜ਼ਾਮਾਂ ਦੀ ਗੱਲ, ਇਲਜ਼ਾਮ ਤਾਂ ਸ਼ੁਰੂ ਤੋਂ ਹੀ ਜਿਹੜੇ ਵਿਰੋਧ ਬੈਠੇ ਉਹਨਾਂ ਨੇ ਇਲਜ਼ਾਮ ਲਾਣੇ ਹੁੰਦੇ ਆ। ਤੇ ਇਹ ਵੀ ਗੱਲ ਹੈਗੀ ਆ ਕਿ ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਕਾਰਜਸ਼ੈਲੀ ਹੈਗੀ ਆ, ਜੇ ਕੋਈ ਚੰਗਾ ਕੰਮ ਕਰਦਾ, ਮੈਂ ਹਜੇ ਤੱਕ ਨਹੀਂ ਦੇਖਿਆ ਕੋਈ ਜਿਹੜਾ ਵਿਰੋਧੀ ਹੈ ਕਹਿ ਦੇਵੇ ਵੀ ਆਹ ਜਿਹੜਾ ਕੰਮ ਕੀਤਾ ਇਹਨਾਂ ਨੇ ਚੰਗਾ ਕੀਤਾ। ਉਹਦੇ ਵਿੱਚ ਵੀ ਨੁਕਸੇ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤੇ ਇਹ ਫਿਤਰਤ ਆ, ਜਦੋਂ ਆਪਾਂ ਵਿਰੋਧੀ ਧਿਰ 'ਚ ਬੈਠੇ ਆ, ਨੈਚੁਰਲੀ ਜਾਵੇ ਆਪਾਂ ਜਿਹੜੇ ਜਿੱਥੇ ਆਪਾਂ ਨੂੰ ਲੱਗੂਗਾ ਆਪਾਂ ਉਹਦੇ ਵਿੱਚ ਨੁਕਸੇ ਕੱਢਾਂਗੇ। ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲ ਦਾ ਇਤਿਹਾਸ ਹੈ, 1920 ਦੇ ਵਿੱਚ ਹੋਂਦ ਵਿੱਚ, ਤੇ ਅਗਲੇ ਮਹੀਨੇ 15 ਨਵੰਬਰ ਸਾਨੂੰ ਮਨਾਉਣਾ ਜਾ ਰਿਹਾ, ਤੇ ਇਹਦਾ ਇੱਕ ਇਤਿਹਾਸਕ ਪਿਛੋਕੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਮੈਂ ਤਾਂ ਨਹੀਂ ਕਿ ਜੇ ਅਸਾਰੂ ਆਲੋਚਨਾ ਕੀਤੀ ਜਾਵੇ ਤਾਂ ਚੰਗੀ ਗੱਲ ਹੈ, ਪਰ ਜੇ ਆਪਾਂ ਆਪਣੀਆਂ ਸੰਸਥਾਵਾਂ ਕੇ ਆਪਣੀਆਂ ਜਿਹੜੀਆਂ ਸੰਸਥਾਵਾਂ ਨੂੰ ਬਦਨਾਮ ਸਿਰਫ ਕਰੀ ਜਾਈਏ ਜਾਂ ਆਪਣੀਆਂ ਸੰਸਥਾਵਾਂ ਨੂੰ ਕਮਜ਼ੋਰ ਕਰੀ ਜਾਈਏ, ਤੇ ਮੈਂ ਸਮਝਦਾ ਕਿ ਇਹ ਵੀ ਬੇਨਤੀ ਕੀਤੀ ਸੀ ਤੁਹਾਡੇ ਮਾਧਿਅਮ ਰਾਹੀਂ ਕਿ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕਿਹਨੇ ਇਸ ਸੰਸਥਾ ਦੀ ਜਿਹੜੀ ਚੱਲਣਾ ਹੈ, ਤੇ ਇਸ ਕਰਕੇ ਕੰਡੇ ਨਾ ਬੀਜੀਏ ਕਿ ਕੱਲ ਨੂੰ ਉਹੀ ਇਲਜ਼ਾਮ ਪੇ ਜਿਹੜੀ ਧਿਰ ਅੱਗੇ ਸਾਹਮਣੇ ਆਵੇ ਤੇ ਉਹ ਤੇ ਲੱਗਣੇ ਸ਼ੁਰੂ ਹੋ ਜਾਣ। ਜੀ ਭੌਰ ਸਾਹਿਬ, ਇੱਕ ਸਵਾਲ ਮੈਂ ਅਹਿਮ ਤੌਰ ਤੋਂ ਜ਼ਰੂਰ ਕਰਨਾ ਚਾਹਾਂਗਾ ਕਿ ਅਜਿਹਾ ਕੀ ਹੋ ਗਿਆ ਸੀ ਕਿ ਸਾਬਕਾ ਚੋਣ ਕਮਿਸ਼ਨਰ ਜਸਟਿਸ ਦਰਸ਼ਨ ਸਿੰਘ ਵੱਲੋਂ ਆਪਣਾ ਅਹੁਦਾ ਹੀ ਨਹੀਂ ਸੰਭਾਲਿਆ ਗਿਆ ਸੀ, ਅਤੇ ਫਿਰ ਵਾਰ-ਵਾਰ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਨੂੰ ਐਸਜੀਪੀਸੀ ਚੋਣਾਂ ਕਰਵਾਉਣ ਲਈ ਕਿਉਂ ਨਹੀਂ ਕਿਹਾ ਗਿਆ? ਭੌਰ ਸਾਹਿਬ ਦੇਖੋ ਗੁਰਮਾਨੀ ਜੀ, ਪਹਿਲਾਂ ਨਾ ਸਾਰੇ ਸਿਸਟਮ ਨੂੰ ਸਮਝਣ ਦੀ ਲੋੜ ਹੈ ਵੀ ਇਲੈਕਸ਼ਨ ਹੁੰਦੀ ਕਿਵੇਂ ਆ, ਔਰ ਇਹ ਇਲੈਕਸ਼ਨ ਦਾ ਪ੍ਰੋਸੈਸ ਔਰ ਇਹਨੂੰ ਚਲਾਉਣ ਵਾਲਾ ਕਾਨੂੰਨ ਕੀ ਹੈ ਜਿਹੜਾ ਐਸਜੀਪੀਸੀ ਨੂੰ ਚਲਾਉਂਦਾ। ਦੇਖੋ ਇਸ ਤਰ੍ਹਾਂ ਜਦੋਂ ਮੁਲਕ ਦੀ ਵੰਡ ਹੋਈ ਹੈ ਨਾ, ਪਹਿਲਾਂ ਜਦੋਂ ਪੰਥਕ ਸੰਘਰਸ਼ ਚੱਲਿਆ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਚੱਲੀ, 1900 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਂਦ ਜਾਈ, ਉਸ ਵੇਲੇ ਪਹਿਲਾ ਹਾਊਸ ਜਿਹੜਾ ਸੀ ਉਹ ਨੋਮੀਨੇਟਡ ਮੈਂਬਰਾਂ ਦਾ ਸੀ। ਜਿਵੇਂ
ਹਰਿਆਣੇ ਦੇ ਵਿੱਚ ਹੁਣ ਉਹ ਬਣੀ ਨਾ ਕਮੇਟੀ, ਤੇ ਉਹਨਾਂ ਦਾ ਹਾਊਸ ਵੀ ਪਹਿਲਾਂ ਜਿਹੜਾ ਨੋਮੀਨੇਟਡ ਮੈਂਬਰ ਹੈ, ਇਲੈਕਸ਼ਨ ਨਹੀਂ ਹੋਈ, ਸਿਰਫ ਨੋਮੀਨੇਟ ਹੋਏ। 1925 ਦੇ ਵਿੱਚ ਐਕਟ ਬਣਿਆ। 25 ਦੇ ਐਕਟ ਤੋਂ ਬਾਅਦ ਫਿਰ ਹਲਕਾਬੰਦੀ ਹੋਈ, ਹਲਕਾਬੰਦੀ ਦੇ ਹਿਸਾਬ ਨਾਲ ਫਿਰ ਮੈਂਬਰਾਂ ਦੀ ਚੋਣ ਹੋਣੀ ਸ਼ੁਰੂ ਹੋ ਗਈ। ਇਹ ਜਿਹੜਾ 1925 ਦਾ ਐਕਟ ਹੈ ਨਾ, ਇਹ ਅਣਵੰਡੇ ਪੰਜਾਬ ਲਈ ਹੈ। ਇਹਦੇ ਵਿੱਚ ਪਾਕਿਸਤਾਨ ਦੇ ਗੁਰਦੁਆਰੇ ਵੀ ਸੀ ਤੇ ਹਿੰਦੁਸਤਾਨ ਦੇ ਗੁਰਦੁਆਰੇ ਵੀ ਸੀ। ਜਦੋਂ 1947 ਦੀ ਵੰਡ ਤੋਂ ਬਾਅਦ ਅਸੀਂ ਅਲੱਗ ਹੋ ਗਏ, ਪਾਕਿਸਤਾਨ ਅਲੱਗ ਬਣ ਗਿਆ, ਫਿਰ ਇਹ ਜਿਹੜਾ ਇੰਟਰ ਸਟੇਟ ਮੈਟਰ ਬਣ ਗਿਆ। ਇਹਨੂੰ ਕਈ ਲੋਕਾਂ ਨੂੰ ਇਹ ਨਹੀਂ ਪਤਾ ਵੀ ਸੈਂਟਰਲ ਗਵਰਨਮੈਂਟ ਇਹਨੂੰ ਕਿਉਂ ਚੋਣਾਂ ਕਰਾਉਂਦੀ ਹੈ। ਉਹ ਮੈਂ ਦੱਸਦਾ ਕਿਉਂ ਕਰਾਉਂਦੀ ਹੈ। ਕਿਉਂਕਿ ਇਹ ਇੰਟਰ ਸਟੇਟ ਮੈਟਰ ਹੈ। ਜਿਹੜਾ ਪੁਰਾਣਾ ਪੰਜਾਬ ਸੀ ਉਹ ਬਣ ਗਿਆ ਇੱਕ ਤਹਿਸੀਲ, ਉਹਦੇ ਵਿੱਚ ਊਨਾ ਤਹਿਸੀਲ ਹਿਮਾਚਲ ਪ੍ਰਦੇਸ਼ ਦੀ ਆ ਗਈ, ਇੱਕ ਯੂਟੀ ਚੰਡੀਗੜ੍ਹ ਆ ਗਿਆ। ਇਹ ਤਿੰਨ ਐਡਮਿਨਿਸਟ੍ਰੇਸ਼ਨਸ ਹੋਰ ਹੋਣ ਕਰਕੇ ਇੰਟਰ ਸਟੇਟ ਬਣ ਗਿਆ। ਜਦੋਂ ਕੋਈ ਲਾਅ ਇੰਟਰ ਸਟੇਟ ਬਣ ਜਾਂਦਾ, ਉਹਨੂੰ ਫਿਰ ਹੋਮ ਮਿਨਿਸਟਰੀ ਆਫ ਇੰਡੀਆ ਚਲਾਉਂਦੀ ਹੈ। ਇਹ ਫਿਰ ਹੋਮ ਮਿਨਿਸਟਰੀ ਆਫ ਇੰਡੀਆ ਦੇ ਥੱਲੇ ਚਲੇ ਗਿਆ। ਪਰ ਜਦੋਂ ਪੰਜਾਬ ਤੇ ਹਰਿਆਣਾ ਅਲੱਗ ਹੋਏ, ਹਿਮਾਚਲ ਅਲੱਗ ਹੋਏ 1966 ਦੇ ਵਿੱਚ, ਜਿਹਨੂੰ ਪੁਨਰਗਠਨ ਐਕਟ ਕਹਿੰਦੇ, ਉਹ ਪੁਨਰਗਠਨ ਐਕਟ ਦੇ ਵਿੱਚ ਇੱਕ ਕਲੌਜ਼ ਸੀਗੀ ਵੀ ਤੁਹਾਡਾ ਪਹਿਲਾਂ ਗੁਰਦੁਆਰਿਆਂ ਦਾ ਪ੍ਰਬੰਧ 1925 ਦੇ ਗੁਰਦੁਆਰਾ ਐਕਟ ਮੁਤਾਬਕ ਚੱਲਦਾ ਰਿਹਾ। ਹੁਣ ਇਹ ਸਟੇਟਸ ਜਿਹੜੀਆਂ ਅਲੱਗ-ਅਲੱਗ ਹੋ ਗਈਆਂ, ਜੇ ਕੋਈ ਸਟੇਟ ਆਪਣਾ ਕੋਈ ਵੱਖਰਾ ਕਾਨੂੰਨ ਬਣਾਉਣਾ ਚਾਹੁੰਦੀ ਹੈ ਤੇ ਉਹ ਬਣਾ ਸਕਦੀ। ਉਹਦੇ ਤਹਿਤ ਹੀ ਹਰਿਆਣਾ ਦੀ ਹੁੱਡਾ ਗਵਰਨਮੈਂਟ ਨੇ ਇੱਕ ਮਤਾ ਕਰਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਬਣਾਤਾ ਜੀ। ਅੱਛਾ, ਉਹਨੂੰ ਇੱਕ ਮੈਂਬਰ ਨੇ, ਕੁਰੂਕਸ਼ੇਤਰ ਤੋਂ ਮੈਂਬਰ ਨੇ, ਉਹਨਾਂ ਨੇ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ। ਕੋਰਟ ਨੇ ਨਾ ਸਟੇ ਦਿੱਤਾ ਤੇ ਨਾ ਹੀ ਕਿਸੇ ਧਿਰ ਨੂੰ ਰੋਕਿਆ। ਉਸ ਵੇਲੇ ਜਿਵੇਂ ਮਾਝੀ ਸਾਹਿਬ ਕਹਿੰਦੇ ਨਾ, ਕੁਝ ਪੰਥ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਇਦਾਂ ਲੱਗਦਾ ਸੀ ਵੀ ਮੈਂਬਰ ਨੇ ਉਹ ਠੀਕ ਪ੍ਰਬੰਧ ਨਹੀਂ ਕਰ ਰਹੇ। ਉਹਨਾਂ ਨੇ ਪ੍ਰਬੰਧ ਸਾਂਭਣੇ ਸ਼ੁਰੂ ਕਰ ਦਿੱਤੇ। ਉੱਥੇ ਹੋ ਹੱਲਾ ਹੋਇਆ, ਲੜਾਈ ਝਗੜੇ ਹੋਏ। 5-7 ਗੁਰਦੁਆਰਾ ਸਾਹਿਬਾਨ ਉਹਨਾਂ ਨੇ ਸਾਂਭਦੇ ਸੀ। ਤੇ ਜਦੋਂ ਇਹ ਕੇਸ ਹੋਇਆ ਤੇ ਫਿਰ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਵੀ ਇਹ ਸਟੇਟਸ ਕੋ ਰੱਖੋ ਜਦੋਂ ਤੱਕ ਟਿਲ ਦਾ ਪੈਂਡੈਂਸੀ ਆਫ ਦਾ ਸਿਊਟ। ਤੇ ਜਦ ਤੱਕ ਤੁਸੀਂ ਜਿੰਨੇ ਗੁਰਦੁਆਰੇ ਹਰਿਆਣਾ ਕਮੇਟੀ ਦੇ ਕੋਲ ਨੇ ਉਹ ਚਲਾਵੇ, ਜਿੰਨੇ ਦੂਜਿਆਂ ਦੇ ਕੋਲ ਨੇ ਉਹ ਚਲਾਵੇ, SGPC ਦੇ ਕੋਲ ਨੇ ਉਹ ਚਲਾਉਣ, ਤੇ ਤੁਸੀਂ ਇੱਕ ਦੂਜੇ ਦੇ ਕੰਮ ਵਿੱਚ। ਉਹ ਜਦੋਂ ਤੋਂ ਇਦਾਂ ਹੀ ਚੱਲ ਰਿਹਾ ਹੁੱਡਾ ਸਾਹਿਬ ਦੇ ਵਕਤ ਤੋਂ। ਅੱਛਾ, ਹੁਣ ਇਹਦੇ 'ਚ ਕੀ ਹੈ, ਜਿਹੜੀਆਂ ਪ੍ਰੋਬਲਮਸ ਨੇ ਇਲੈਕਸ਼ਨ ਦੇ ਵਿੱਚ ਉਹ ਇਹ ਨੇ। ਹੁਣ ਹਰਿਆਣਾ ਅਸੈਂਬਲੀ ਨੇ ਪਾਸ ਕਰ ਦਿੱਤਾ ਹਰਿਆਣਾ ਗੁਰਦੁਆਰਾ ਐਕਟ। ਉਹਦੇ ਮੁਤਾਬਕ ਕਮੇਟੀ ਨੋਮੀਨੇਟ ਹੋ ਗਈ। ਕਮੇਟੀ ਨੋਮੀਨੇਟ ਹੋਣ ਤੋਂ ਬਾਅਦ ਫਿਰ ਉਹਦੀ ਇਲੈਕਸ਼ਨ ਵੀ ਕੀਤੀ ਉਹਨਾਂ ਨੇ, ਜਿਹਦੇ ਗੋਲ ਸਾਹਿਬ ਪ੍ਰਧਾਨ ਬਣੇ। ਅੱਛਾ, ਦਾਦੂਵਾਲ ਸਾਹਿਬ ਨੇ ਇਤਰਾਜ਼ ਉਠਾਇਆ ਵੀ ਕੁਝ ਮੈਂਬਰ ਜਿਹੜੇ ਆ ਉਹ SGPC ਦੇ ਵੀ ਮੈਂਬਰ ਆ ਤੇ ਹਰਿਆਣਾ ਕਮੇਟੀ ਦੇ ਵੀ ਮੈਂਬਰ ਨੋਮੀਨੇਟ ਹੋ ਗਏ। ਇੱਕ ਬੰਦਾ ਦੋ ਹਾਊਸ ਦਾ ਮੈਂਬਰ ਨਹੀਂ ਬਣ ਸਕਦਾ। ਏਦਾਂ ਨਹੀਂ ਹੁੰਦਾ ਵੀ ਇੱਕ MLA ਹਰਿਆਣੇ ਦਾ MLA ਵੀ ਹੋਵੇ ਤੇ ਪੰਜਾਬ ਦਾ ਵੀ ਬਣ ਜੇ। ਉਹਨਾਂ ਨੇ ਇਹਦੇ ਤੇ ਇਤਰਾਜ਼ ਉਠਾਇਆ। ਇਹ ਕੇਸ ਇੱਕ ਤਾਂ ਇਹ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਵੀ ਕੀ ਜਿਹੜਾ ਹਰਿਆਣਾ ਦੀ ਗੁਰਦੁਆਰਾ ਵਿਧਾਨ ਸਭਾ ਨੂੰ ਅਧਿਕਾਰ ਸੀ ਹਰਿਆਣਾ ਗੁਰਦੁਆਰਾ ਐਕਟ ਬਣਾਉਣ ਦਾ। ਇੱਕ ਤਾਂ ਕੇਸ ਵੀ ਚੱਲ ਰਿਹਾ। ਮੈਂ ਤੁਹਾਨੂੰ ਇੱਕ ਮਿੰਟ ਹੋਰ ਲਵਾਂਗਾ, ਸਮਝਾ ਦਿੰਦਾ ਸਰ ਜੀ। ਫਿਰ ਦੂਸਰਾ ਕੇਸ ਇਹ ਹੈ ਵੀ 2003 ਦੇ ਵਿੱਚ ਸਹਿਜਧਾਰੀ ਵੋਟਰਾਂ ਨੂੰ ਡੀਬਾਰ ਕਰ ਦਿੱਤਾ ਗਿਆ। ਉਹ ਕੀਤਾ ਗਿਆ ਥਰੂ ਨੋਟੀਫਿਕੇਸ਼ਨ। ਜਦੋਂ ਨੋਟੀਫਿਕੇਸ਼ਨ ਰਾਹੀਂ ਕੀਤਾ ਗਿਆ ਤੇ ਉਹਨਾਂ ਨੇ ਚੈਲੰਜ ਕੀਤਾ ਹਾਈ ਕੋਰਟ ਦੇ ਵਿੱਚ ਵੀ ਇੱਕ ਐਕਟ ਨੂੰ ਨੋਟੀਫਿਕੇਸ਼ਨ ਨਾਲ ਕਿਵੇਂ ਤੁਸੀਂ ਅਮੈਂਡ ਕਰ ਰਹੇ। ਕਿਸੇ ਐਕਟ ਨੂੰ, ਜਿਵੇਂ ਜ਼ਿਮੀਂਦਾਰਾਂ ਵਾਲੇ 3 ਆਰਡੀਨੈਂਸ ਆਏ ਆ ਨਾ, ਇਹਦੇ ਵਿੱਚ ਵੀ ਇਹ ਇਤਰਾਜ਼ ਹੋ ਸਕਦਾ ਸੀ। ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਬਣਿਆ ਹੋਇਆ ਐਕਟ ਹੈ ਪਾਰਲੀਮੈਂਟ ਦਾ, ਤੁਸੀਂ ਉਹਨੂੰ ਨੋਟੀਫਿਕੇਸ਼ਨ ਰਾਹੀਂ ਨਹੀਂ ਅਮੈਂਡ ਕਰ ਸਕਦੇ। ਜੇ ਤੁਸੀਂ ਅਮੈਂਡਮੈਂਟ ਲਿਆਉਣੀ ਹੈ ਤੇ ਤੁਸੀਂ ਥਰੂ ਪਾਰਲੀਮੈਂਟ ਲੈ ਕੇ ਆਓ। ਉਹ ਫਿਰ 2003 ਦੇ ਵਿੱਚ ਉਹ ਸਹਿਜਧਾਰੀਆਂ ਦੇ ਹੱਕ ਵਿੱਚ ਹੋ ਗਿਆ, ਸਹਿਜਧਾਰੀ ਫੈਡਰੇਸ਼ਨ ਦੀ। SGPC ਅਪੀਲ ਵਿੱਚ ਚਲ ਗਈ ਸੁਪਰੀਮ ਕੋਰਟ। ਤੇ ਅਖੀਰ ਦੇ ਵਿੱਚ ਹੋਇਆ ਕਿ 2016 ਦੇ ਵਿੱਚ ਮੋਦੀ ਗਵਰਨਮੈਂਟ ਨੇ ਆਪਣੇ ਪਾਰਲੀਮੈਂਟ ਦੇ ਵਿੱਚ ਫਿਰ ਇਹ ਅਮੈਂਡਮੈਂਟ ਕੀਤੀ ਵੀ ਸਹਿਜਧਾਰੀਆਂ ਨੂੰ ਡੀਬਾਰ ਕਰ ਦਿੱਤਾ ਗਿਆ, ਉਹ ਵੋਟ ਨਹੀਂ ਪਾ ਸਕਦੇ। ਪਰ ਇੱਕ ਕਲੌਜ਼ ਉਹਦੇ 'ਚ ਖੋਟ ਛੱਡ ਦਿੱਤੀ। ਸੁਪਰੀਮ ਕੋਰਟ ਨੇ ਆਪਣੀ ਰੂਲਿੰਗ ਵਿੱਚ ਲਿਖ ਦਿੱਤਾ। ठीक है, एक माजी साहब को मैं पूछना चाहूंगा क्योंकि ठीक है फौज साहब मैं माजी साहब तो पूछना चाहूंगा क्योंकि जिवें खालसा जी कह रहे ने कि विरोधियों का काम है विरोध करना किते ना किते, किंतु परंतु हमेशा विरोधी धिर वालों होंदा रहता है। माजी साहब की तुसी वाकिफ हैगे हो इन्हां गल्लां तो जो भौर साहब दस रहे ने, क्योंकि भौर साहब ने बहुत तफसील विच जाके हर एक चीज नूं बहुत बरीकी नाल दस्सण दी कोशिश कीती है। हाले भी किंतु परंतु करोगे तुसी माजी साहब? बिल्कुल जी, देखो भौर साहब ने जिहड़ी गल कीती है बड़े तजर्बे विचों गल करदे ने। मेरे ਜਿਹੜੇ ਕਿੰਤੂ ਪ੍ਰੰਤੂ ਨੇ, ਮੈਂ ਬੇਨਤੀ ਕਰਨੀ ਉਹਨਾਂ ਖਾਤਰ ਨੂੰ ਕਿ ਮੇਰੇ ਨਾਲ ਤੁਸੀਂ ਆ ਜਾਓ ਪਲੀਜ਼। ਮੈਂ ਤੁਹਾਨੂੰ ਦੇ ਉੱਤੇ ਉਹਨਾਂ ਇਲਾਕਿਆਂ ਵਿੱਚ ਲੈ ਕੇ ਜਾਣਾ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ
ਦੀਆਂ ਬੇਅਦਬੀਆਂ ਹੋਈਆਂ। ਔਰ ਜਿਹੜਾ ਪ੍ਰੇਮ ਮੇਰੇ ਭਰਾ ਨੇ ਸਰ 2 ਮਿੰਟ ਦਾ ਸਮਾਂ ਦਿਓ। ਜੀ ਹੈਲੋ, हाँ जी हाँ जी ਜਿਹੜੇ ਸਰਦਾਰ ਸਾਹਿਬ ਦੇ ਚੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਨੇ, ਜਤਿੰਦਰ ਜਿੰਮੀ ਤੇ ਕੁਲਦੀਪ ਸੈਣੀ, ਡੇਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦੁਕਾਨਾਂ ਕਿਰਾਏ ਤੇ ਦਿੱਤੀਆਂ ਹੋਈਆਂ ਸੀ। ਉਹਨਾਂ ਸਮਾਂ ਉਹ ਕਿਰਾਏ ਛੁਡਾਈਆਂ ਨਹੀਂ ਗਈਆਂ ਜਿੰਨਾ ਸਮਾਂ ਅਸੀਂ ਇਹ ਇੱਕ ਓਪਨਲੀ ਨਹੀਂ ਕੀਤੀ ਕਿ ਭਾਈ ਜੇ ਤੁਸੀਂ ਨਾ ਕਰਵਾਈਆਂ ਸ਼੍ਰੋਮਣੀ ਕਮੇਟੀ ਵੱਲੋਂ ਤਾਂ ਅਸੀਂ ਆਪਣੇ ਤੌਰ ਤੇ ਕੋਈ ਕਾਰਵਾਈ ਕਰਾਂਗੇ। ਨਾਲ ਮੈਂ ਜੀ ਦੇ ਚਾਹੁੰਦਾ ਖਾਸ ਤੌਰ ਤੇ ਕਿ ਐਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋ ਉਹ ਵਿਅਕਤੀ ਨੇ ਜਦੋਂ ਸੰਗਰੂਰ ਦੇ ਡੀਸੀ ਦਫ਼ਤਰ ਦੇ ਸਾਹਮਣੇ ਸਨ 2005 ਸੌਦਾ ਸਾਹਿਬ ਦੇ ਚਿੱਟਿਆਂ ਕੀਤਾ ਸੀਗਾ, ਜਦੋਂ ਸੌਦਾ ਸਾਹਿਬ ਦੇ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਕਿ ਅਸੀਂ ਗੁਰੂ ਹੈ ਕਿ ਸਾਡੇ ਕਾਮਯਾਬੀ ਸੀਬੀਆਈ ਕਿਵੇਂ ਕਰ ਸਕਦੀ ਹੈ। ਸਾਡੇ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚ ਪਾ ਰਹੀ, ਪਰ ਜੋ ਅਸੀਂ ਸਮਝ ਪਾ ਰਹੇ ਕਿਉਂਕਿ ਤੁਸੀਂ ਜੋ ਬੇਅਦਬੀ ਦਾ ਮੁੱਦਾ ਚੱਕ ਰਹੇ ਹੋ ਪਰ ਭੌਰ ਸਾਹਿਬ ਔਰ ਖਾਲਸਾ ਜੀ ਤੁਹਾਡੇ ਤੋਂ ਇੱਥੇ ਪੁੱਛਣਾ ਚਾਹਾਂਗਾ ਕਿਉਂਕਿ ਬਾਰ-ਬਾਰ ਬੇਅਦਬੀ ਦੇ ਜਿਹੜੇ ਮੁੱਦੇ ਹੈਗੇ ਨੇ ਉਹ ਬਾਰ-ਬਾਰ ਉਛਲ ਕੇ ਸਾਹਮਣੇ ਆਉਂਦੇ ਨੇ ਔਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਣ ਦਾ ਮਾਮਲਾ ਉਹ ਵੀ ਬਾਰ-ਬਾਰ ਉਛਲ ਕੇ ਸਾਹਮਣੇ ਆਉਂਦਾ ਹੈ। ਅਸੀਂ ਪਹਿਲਾਂ ਵੀ ਨਜ਼ਰੀਆ ਇੱਕ ਜਿਹੜਾ ਹੈਗਾ ਇਸੇ ਸੰਦਰਭ ਵਿੱਚ ਕਰ ਵੀ ਚੁੱਕੇ ਹੈਗੇ ਆ, ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ, ਮਾਜੀ ਸਾਹਿਬ ਤੁਹਾਨੂੰ ਵੀ ਦੱਸਣਾ ਚਾਹਾਂਗਾ, ਪਰ ਕਿਤੇ ਨਾ ਕਿਤੇ ਜਦੋਂ ਐਸਜੀਪੀਸੀ ਦੇ ਰਸੂਖ ਦੀ ਗੱਲ ਆਉਂਦੀ ਹੈ, ਚੋਣਾਂ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਇਹ ਜਿਹੜੇ ਪੁਰਾਣੇ ਮੁੱਦੇ ਨੇ ਜ਼ਰੂਰ ਖੁੱਲ ਕੇ ਸਾਹਮਣੇ ਆ ਜਾਂਦੇ ਆ। ਜਦੋਂ ਰੋਸ ਲੋਕਾਂ ਵਿੱਚ ਹੁੰਦਾ ਹੈ ਤਾਂ ਵੀ ਇਹ ਸਾਰੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਜਾਂਦੀਆਂ। ਖਾਲਸਾ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ, ਕਿਉਂਕਿ ਹਰ ਗੱਲ ਅਸੀਂ ਇਹ ਕਹਿ ਦੇਣਾ ਕਿ ਵਿਰੋਧੀ ਨੇ ਵਿਰੋਧ ਤਾਂ ਕਰਨਗੇ ਹੀ, ਪਰ ਵਿਰੋਧੀਆਂ ਦਾ ਕੰਮ ਵੀ ਹੈਗਾ ਕਿ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਦੇ ਜਿਹੜੇ ਇਸ਼ੂ ਹੈਗੇ ਜਿਹੜੇ ਟੁੰਬਦੇ ਨੇ ਲੋਕਾਂ ਨੂੰ ਉਹ ਵੀ ਖੁੱਲ ਕੇ ਸਾਹਮਣੇ ਆ ਲਿਆਏ ਜਾਣ, ਕਿਤੇ ਨਾ ਉਹ ਮੁੱਦੇ ਜਿਹੜੇ ਨੇ ਦਬ ਕੇ ਨਾ ਰਹਿ ਜਾਣ। ਕੀ ਕਹੋਗੇ ਗੁਰਬਖਸ਼ ਸਿੰਘ ਜੀ? ਇੱਥੇ ਜਿਹੜੀ ਬੇਅਦਬੀਆਂ ਦੀ ਗੱਲ ਆ ਜੀ, ਬੇਅਦਬੀਆਂ ਜਿਹੜੀਆਂ ਹੋਈਆਂ ਤੇ ਉਹਦੇ ਵਿੱਚ ਜੋ ਅਸੀਂ ਹਜੇ ਤੱਕ ਦੇਖਿਆ ਹੈਗਾ ਕਿ ਉਹਦੇ ਪਿੱਛੇ ਸਾਰੇ ਦੇ ਸਾਰੇ ਸਿਆਸੀ ਕਾਰਨ ਸਨ ਤੇ ਇਹ ਨਹੀਂ ਹੈਗਾ ਕਿ ਆਜ਼ਾਦ ਆ ਇਹ ਉਹਨੇ ਇੱਕ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਤੀ ਤੇ ਇਹ ਵੀ ਗੱਲ ਆ ਕਿ ਅਗਲੇ ਇਲੈਕਸ਼ਨ ਦੇ ਵਿੱਚ ਉਹਨੇ ਜਿਹੜੀ ਹੈਗੀ ਕਾਂਗਰਸ ਕੀਤੀ ਔਰ ਇਸ ਇਲੈਕਸ਼ਨ ਦੇ ਵਿੱਚ ਜੋ ਬੇਅਦਬੀਆਂ ਹੋਈਆਂ ਉਹਦਾ ਇੱਕ ਮੰਤਵ ਸੀਗਾ ਅਕਾਲੀ ਦਲ ਨੂੰ ਕਿਸ ਤਰ੍ਹਾਂ ਨਾਲ ਘੇਰਿਆ ਜਾ ਸਕਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਕਰਨ ਲਈ ਸਾਜ਼ਿਸ਼ ਰਚੀ ਗਈ। ਉਹਦੀ ਸਾਜ਼ਿਸ਼ ਦੇ ਤਹਿਤ ਵੀ ਜਿਹੜੀ ਹੈਗੀਆਂ ਗੁਰੂਆਂ ਦੀਆਂ ਬੇਅਦਬੀਆਂ ਹੋਈਆਂ। ਇਹ ਗੱਲ ਵੱਖਰੀ ਹੈ ਕਿ ਪ੍ਰਸ਼ਾਸਨਿਕ ਤੌਰ ਦੇ ਉੱਤੇ ਜਿਹੜੀ ਸਰਕਾਰ ਹੈ ਉਹ ਇਸ ਗੱਲ ਦੇ ਵਿੱਚ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਨਾਲ ਸਫਲ ਨਹੀਂ ਰਹੀ ਤੇ ਉਹ ਉਸ ਮੁੱਦੇ ਨੂੰ ਜਿਹੜਾ ਹੈਗਾ ਆ ਜੋ ਮੈਂ ਸਮਝਦਾ ਕਿ ਜਿਹੜਾ ਧਾਰਮਿਕ ਮੁੱਦਾ ਸੀ ਉਹਨੂੰ ਰਾਜਨੀਤਿਕ ਤਰੀਕੇ ਨਾਲ ਇਹ ਹੱਲ ਕਰਨ ਦਾ ਯਤਨ ਕੀਤਾ, ਜਿਸ ਕਰਕੇ ਜਿਹੜੀ ਸਥਿਤੀ ਆ ਪੈਦਾ ਹੋਈ। ਜੀ ਸਰ ਮੈਂ ਤੁਹਾਨੂੰ ਕੀ ਲੱਗਦਾ ਕਿ ਹੁਣ ਜੀ ਮਾਜੀ ਸਾਹਿਬ ਮੈਂ ਖਾਲਸਾ ਜੀ ਨੂੰ ਪੁੱਛਣਾ ਚਾਹੁੰਦਾ ਕਿ ਸੌਦਾ ਸਾਹਿਬ ਦੇ ਜਿਹੜੇ ਪੋਸਟਰ ਸੀਗੇ ਪੋਸਟਰਾਂ ਨੂੰ ਦੇ ਵਿੱਚ ਕਿਸੇ ਦੇ ਨੂੰ ਵੀ ਮਾਫੀ ਚਾਹਾਂਗਾ ਇੱਥੇ ਮਾਜੀ ਸਾਹਿਬ, ਮਾਫੀ ਚਾਹਾਂਗਾ ਤੁਹਾਡੀ ਆਵਾਜ਼ ਸਾਨੂੰ ਕਲੀਅਰ ਨਹੀਂ ਸੁਣਾਈ ਦੇ ਰਹੀ। ਮੈਂ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਡਿਸਕਨੈਕਟ ਹੋ ਕੇ ਦੁਬਾਰਾ ਕਨੈਕਟ ਕਰੋ ਤਾਂ ਸ਼ਾਇਦ ਅਸੀਂ ਤੁਹਾਡੀ ਆਵਾਜ਼ ਵੀ ਸੁਣ ਪਾਵਾਂਗੇ। ਪਰ ਮੈਂ ਅਗਲੇ ਸਵਾਲ ਵੱਲ ਜ਼ਰੂਰ ਜਾਵਾਂਗਾ। ਪੌਰ ਸਾਹਿਬ ਕੀ ਹੁਣ ਜਦੋਂ ਵੀ ਚੋਣਾਂ ਹੋਣਗੀਆਂ ਭਾਵੇਂ 7 ਮਹੀਨੇ ਬਾਅਦ ਹੋਣ 8 ਮਹੀਨੇ ਬਾਅਦ ਹੋਣ ਤੁਹਾਨੂੰ ਲੱਗਦਾ ਕਿ ਕੁਝ ਨਵਾਂ ਨਜ਼ਰ ਆਏਗਾ ਜਾਂ ਫਿਰ ਹਰ ਵਾਰ ਦੀ ਤਰ੍ਹਾਂ ਹੀ ਲੜਾਈ ਝਗੜੇ ਦੇ ਦਰਮਿਆਨ ਹੀ ਚੋਣਾਂ ਮੁਕੰਮਲ ਹੋਣਗੀਆਂ? ਦੇਖੋ ਮੈਂ ਇਹ ਬੇਨਤੀ ਵਾਰ-ਵਾਰ ਕੀਤੀ ਆ, ਇੱਕ ਵਾਰੀ ਨਹੀਂ 1000 ਵਾਰੀ ਕੀਤੀ ਆ ਵੀ ਚੋਣ ਜਿਹੜਾ ਮਰਜ਼ੀ ਲੜੇ ਪਰ ਇੱਕ ਦੂਜੇ ਦੀ ਰਿਸਪੈਕਟ ਰੱਖ ਕੇ ਲੜਨੀ ਚਾਹੀਦੀ ਹੈ ਕਿਉਂਕਿ ਅਸੀਂ ਹੈ ਸਿੱਖ ਸਾਰੇ ਗੁਰੂ ਦੇ ਸਿੱਖਾਂ ਪ੍ਰਬੰਧ ਚੰਗਾ ਦੇਣਾ ਚਾਹੁੰਦੇ ਪਰੰਤੂ ਜੇ ਅਸੀਂ ਇੱਕ ਦੂਜੇ ਦੀਆਂ ਪੱਗਾਂ ਲਾ ਕੇ ਇੱਕ ਦੂਜੇ ਦੀਆਂ ਦਾੜੀਆਂ ਫੜ ਕੇ ਪ੍ਰਬੰਧ ਦੇਣ ਦੀ ਕੋਸ਼ਿਸ਼ ਕਰਾਂਗੇ ਉਹਦੇ ਨਾਲ ਸਾਡੀ ਸੋਭਾ ਨਹੀਂ ਬਣਨੀ, ਕੌਮ ਦਾ ਨੁਕਸਾਨ। ਜਿੱਥੋਂ ਤੱਕ ਬੇਅਦਬੀਆਂ ਦਾ ਮਸਲਾ ਹੈ ਨਾ ਦੇਖੋ ਮੈਂ ਤੇ ਹੁਣ ਬਹੁਤ ਲੰਬੇ ਸਮੇਂ 'ਚ ਨਹੀਂ ਜਾਣਾ, ਮੈਂ ਤੇ ਜ਼ਿਆਦਾ ਹੀ ਬੇਅਦਬੀ ਇਹ ਗੁਰਬਖਸ਼ ਸਿੰਘ ਗੁਰੀ ਕਹਿੰਦੇ ਆ ਮੇਰੇ ਅਜ਼ੀਜ਼ ਹੈ ਕਹਿੰਦੇ ਆ ਵੀ ਜੀ ਇਹ ਸਿਆਸੀ ਤੌਰ ਤੇ ਦੇਖਿਆ ਗਿਆ। ਹੁਣ ਅਸੀਂ ਤੇ ਧਾਰਮਿਕ ਤੌਰ ਤੇ ਵੀ ਵਧਾ ਲਿਆ। 12 ਤਰੀਕ ਨੂੰ ਬੇਅਦਬੀ ਹੋਈ ਹੈ, 14 ਨੂੰ ਗੋਲੀ ਚੱਲੀ ਹੈ, 14 ਨੂੰ ਧਰਨਾ ਲੱਗ ਗਿਆ, 14 ਨੂੰ ਹੀ 2 ਸਿੰਘ ਸ਼ਹੀਦ ਹੋ ਗਏ। ਸਰਕਾਰ ਪੰਥ ਦੀ ਸੀ, ਗੁਰੂ ਵੀ ਪੰਥ ਦਾ ਹੀ ਸੀ, ਮਰਨ ਵਾਲੇ ਵੀ ਪੰਥ ਦੇ ਸੀ, ਪੁਲਿਸ ਵੀ ਪੰਥ ਦੀ ਸੀ, ਧਰਨੇ ਲਾਉਣ ਵਾਲੇ ਵੀ ਪੰਥ ਦੇ ਸੀ। ਮੈਂ 18 ਤਰੀਕ ਨੂੰ ਅਸਤੀਫਾ ਦੇ ਦਿੱਤਾ ਸੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ। ਹੁਣ ਮੈਂ ਬਾਕੀ ਸਿਆਸੀ ਗੱਲਾਂ ਨੂੰ ਤਾਂ ਛੱਡ ਦਿੰਦੀ ਹਾਂ। ਮੈਨੂੰ ਤੁਸੀਂ ਇਹ ਦੱਸੋ ਵੀ 18 ਤਰੀਕ ਨੂੰ ਸਾਡੀ ਮੀਟਿੰਗ ਸੀ ਐਗਜ਼ੈਕਟਿਵ ਦੀ,
ਫਤਿਹਗੜ੍ਹ ਸਾਹਿਬ। ਜਿਹੜੀਆਂ ਗਲਤੀਆਂ ਉਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ, ਇਹਨੂੰ ਖਿੜੇ ਮੱਥੇ ਆਲੋਚਨਾ ਕਰਕੇ ਹੀ ਨਹੀਂ ਕਹਿਣਾ ਵੀ ਫਲਾਣਾ ਆਲੋਚਨਾ ਕਰਦਾ, ਆਲੋਚਨਾ ਵੀ ਕਰੇ, ਕੰਮ ਸੁਧਰਦੇ ਹੁੰਦੇ। ਅੱਛਾ, ਉੱਥੇ ਕੀ ਹੋਇਆ, ਮੱਕੜ ਸਾਹਿਬ ਪ੍ਰਧਾਨ ਸੀਗੇ ਤੇ ਕਹਿੰਦੇ ਜੀ ਲਿਆਓ ਏਜੰਡਾ ਕੰਮ ਕਰੀਏ। ਮੈਂ ਉੱਠ ਕੇ ਖੜਾ ਹੋ ਗਿਆ, ਮੈਂ ਕਿਹਾ ਅੱਜ ਨਹੀਂ ਕੰਮ ਚੱਲਣ ਦੇਣਾ। ਮੈਂ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ, ਮੈਂ ਕਿਹਾ ਦੇਖੋ ਜੇ ਤੁਸੀਂ ਲੋਕਾਂ ਵਿੱਚ ਅੱਜ ਵੀ ਜਿਉਂਦੇ ਰਹਿਣਾ ਨਾ, ਤੁਸੀਂ ਗਲਤੀਆਂ ਬਹੁਤ ਕਰ ਚੁੱਕੇ ਹੋ ਪਹਿਲੇ, ਅੱਜ ਹੀ 10-10 ਲੱਖ ਰੁਪਏ ਜਿਹੜੇ ਦੋਨੇ ਮੁੰਡੇ ਸ਼ਹੀਦ ਹੋਏ ਉਹਨਾਂ ਦੇ ਘਰੀ ਦੇ ਕੇ ਆਓ, ਮੱਕੜ ਸਾਹਿਬ ਖੁਦ ਜਾਣ। ਜ਼ਖਮੀਆਂ ਦਾ ਇਲਾਜ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਾਵੇ। ਜਿਸ ਪੁਲਿਸ ਨੇ ਸ਼ਾਂਤਮਈ ਕਰਦੇ ਮੁੰਡਿਆਂ ਦੇ ਉੱਤੇ ਗੋਲੀ ਚਲਾਈ ਹੈ, ਉਹਨਾਂ ਦੇ ਖਿਲਾਫ ਕਾਰਵਾਈ ਮੰਗੋ। ਇਹ ਤਿੰਨੇ ਹੀ ਮਤੇ ਯੂਨੈਨਿਮਸਲੀ ਪਾਸ ਹੋਏ ਔਰ ਅੱਜ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਵਿੱਚ ਸਰਦਾਰ ਗੁਰਬਖਸ਼ ਸਿੰਘ ਵੀ ਚੈੱਕ ਕਰ ਸਕਦੇ। ਮੈਂ ਪੁੱਛਣਾ ਚਾਹੁੰਦਾ ਵੀ ਉਹ ਕਿਹੜੀ ਮਜਬੂਰੀ ਸੀ ਜਿਹੜੀ ਅੱਜ ਤੱਕ ਉਹਨਾਂ ਦੇ ਘਰ 5-5 ਪੈਸੇ ਨਹੀਂ ਗਏ। ਜੀ ਠੀਕ ਹੈ ਗੁਰਬਖਸ਼ ਸਿੰਘ ਖਾਲਸਾ ਜੀ, ਜਿਵੇਂ ਕਿ WhatsApp ਕਰ ਰਹੇ ਨੇ, ਠੀਕ ਹੈ ਗੁਰਬਖਸ਼ ਸਿੰਘ ਖਾਲਸਾ ਜਿਵੇਂ WhatsApp ਕਰ ਰਹੇ ਨੇ ਕਿ ਇੱਕ ਸੈਕਿੰਡ ਬਰਮਾਨੀ ਜੀ, ਮੈਨੂੰ ਇੱਕ ਮਾੜੀ ਜੀ ਗੱਲ ਕਰ ਦਿਓ। ਦੇਖੋ ਇਹ ਗੱਲ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਨੇ ਯੂਨੈਨਿਮਸ ਫੈਸਲਾ ਕੀਤਾ ਵੀ ਸ਼ਹੀਦਾਂ ਨੂੰ 10-10 ਲੱਖ ਰੁਪਈਆ ਦਿਓ, ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇ ਤੌਰ ਤੇ, ਜ਼ਖਮੀਆਂ ਦਾ ਇਲਾਜ ਕਰਾਓ ਤੇ ਬਾਕੀ ਜਿਹੜਾ ਉਹ ਪੁਲਿਸ ਦੇ ਖਿਲਾਫ ਕਾਰਵਾਈ ਕਰੋ। ਹਰ ਸਾਲ ਰੌਲਾ ਪੈਂਦਾ ਵੀ ਬਰਗਾੜੀ ਦਾ ਨਿੰਦਾ ਪ੍ਰਸਤਾਵ ਹੀ ਪਾ ਦਿਓ, ਉਹ ਅੱਜ ਤੱਕ ਨਹੀਂ ਪਾਇਆ ਗਿਆ। ਤੇ ਇਹ ਕੁਝ ਗੱਲਾਂ ਐਸੀਆਂ ਜਿਨ੍ਹਾਂ ਨੂੰ ਆਪਾਂ ਅਣਗਹਿਲੀ ਕਹਿ ਸਕਦੇ ਹਾਂ ਜਾਂ ਜਾਣ-ਬੁੱਝ ਕੇ ਕੀਤੀ ਅਣਗਹਿਲੀ ਕਹਿ ਸਕਦੇ ਹਾਂ, ਜਿਹਦੇ ਨਾਲ ਪੰਥਕ ਸੰਸਥਾਵਾਂ ਦਾ ਵਕਾਰ ਬਹੁਤ ਵੱਡਾ ਗਿਰਾਵਟ ਵਾਲੇ ਪਾਸੇ ਤੁਰੇ। ਬਿਲਕੁਲ ਔਰ ਖਾਲਸਾ ਜੀ, ਮੈਂ ਤੁਹਾਡੇ ਤੋਂ ਇਹ ਸਵਾਲ ਕਰਨਾ ਚਾਹਾਂਗਾ ਕਿਉਂਕਿ WhatsApp ਕਹਿ ਰਹੇ ਨੇ ਕਿ ਹਰ ਇੱਕ ਜਿਹੜਾ ਕੈਂਡੀਡੇਟ ਹੁੰਦਾ ਹੈ ਦੂਜੇ ਕੈਂਡੀਡੇਟ ਦੀ ਰਿਸਪੈਕਟ ਉਸ ਨੂੰ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਵੀ ਇੱਕ ਸਿਆਸਤ ਵੀ ਇੱਕ ਅਜਿਹੀ ਖੇਡ ਹੈ, ਇੱਕ ਦੀ ਹਾਰ ਹੋਏਗੀ ਤਾਂ ਦੂਜੇ ਦੀ ਜਿੱਤ ਹੋਏਗੀ। ਹਾਰ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ ਔਰ ਜਿੱਤ ਦੀ ਖੁਸ਼ੀ ਵੀ ਮਨਾਉਣੀ ਚਾਹੀਦੀ ਹੈ, ਪਰ ਕਿਤੇ ਨਾ ਕਿਤੇ ਜਿਹੜੀ ਰਿਸਪੈਕਟ ਹੈਗੀ ਹੈ, ਇੱਜ਼ਤ ਹੈਗਾ, ਸਤਿਕਾਰ ਹੈਗਾ, ਉਹ ਦਾਅ ਤੇ ਲਗਾ ਲੈਂਦੇ ਨੇ ਲੋਕੀ। ਤਾਂ ਹੀ ਇਹ ਲੜਾਈ ਝਗੜੀਆਂ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ। ਤੁਸੀਂ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ? ਨਹੀਂ, ਬਿਲਕੁਲ ਦੇਖੋ, ਇਹ ਪੰਥਕ ਸੰਸਥਾ ਆ ਔਰ ਅਸੀਂ ਸਾਰੇ ਆਪਸ ਵਿੱਚ ਗੁਰਸਿੱਖ ਭੈਣ ਭਰਾ ਆ, ਔਰ ਜੇ ਇਹਨੂੰ ਵੀ ਅਸੀਂ ਰਾਜਨੀਤਿਕ ਤਰੀਕੇ ਨਾਲ ਲੜਦੇ ਹਾਂ ਤੇ ਮੈਂ ਸਮਝਦਾ ਬੜੀ ਮੰਦਭਾਗੀ ਹੈ। ਇਹਦੇ ਵਿੱਚ ਠੀਕ ਹੈ, ਜਿਹੜਾ ਹਰੇਕ ਬੰਦੇ ਨੇ ਆਪਣਾ ਪੱਖ ਰੱਖਣਾ, ਹਰੇਕ ਹੈਗੀ ਆ ਉਹਦੀ ਪੰਥ ਪ੍ਰਭ ਨੇ ਸਮੇਂ ਵਿੱਚ ਪਲੈਨਿੰਗ ਕੀਤੀ ਹੈਗੀ ਜਾਂ ਉਹ ਕੀ ਪ੍ਰਬੰਧ ਵਿੱਚ ਸੁਧਾਰ ਦੀ ਗੱਲ ਕਰ ਸਕਦਾ ਹੈ। ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲੜੀ ਜਾਣੀ ਚਾਹੀਦੀ ਹੈ। ਤੇ ਦੂਜੀ ਗੱਲ, ਜਿੰਨੇ ਵੀ ਸਾਡੇ ਉਮੀਦਵਾਰ ਨੇ, ਉਹ ਭੌਰ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਉਹਨਾਂ ਦਾ ਜਿਹੜਾ ਪਰਿਵਾਰਕ ਪਿਛੋਕੜ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਕਿ ਉਹ ਆਪ ਹੀ ਅੰਮ੍ਰਿਤਧਾਰੀ ਨੇ, ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਅੰਮ੍ਰਿਤਧਾਰੀ ਹੈ ਜਾਂ ਨਹੀਂ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਕਿਉਂਕਿ ਇਹ ਪੰਥਕ ਜਥੇਬੰਦੀ ਹੈ ਤੇ ਇਹਦੇ ਵਿੱਚ ਜੇ ਆਪਾਂ ਇਸ ਕਰਕੇ ਆਨੇ ਆ ਕਿ ਸਾਡਾ ਕੋਈ ਮਾਫ ਕਰਨਾ, ਤੁਹਾਡੀ ਆਵਾਜ਼ ਜਿਹੜੀ ਹੈ ਕਾਫੀ ਖਰਾਬ ਹੋ ਚੁੱਕੀ ਹੈ ਔਰ ਸਾਡਾ ਸਮਾਂ ਵੀ ਮੁੱਕ ਗਿਆ। ਮੈਂ ਮਾਫੀ ਚਾਹਾਂਗਾ ਕਿਉਂਕਿ ਮਾਜੀ ਸਾਹਿਬ ਤੁਸੀਂ ਕਾਫੀ ਲੇਟ, ਅਸੀਂ ਤੁਹਾਡੀ ਉਡੀਕ ਕਰ ਰਹੇ ਸੀ ਕਿ ਤੁਸੀਂ ਜੁੜੋਗੇ ਤੇ ਤੁਸੀਂ ਆਪਣੇ ਜਿਹੜੇ ਪ੍ਰਤੀਕਿਰਿਆ ਜ਼ਰੂਰ ਦੋਗੇ, ਪਰ ਇੱਥੇ ਸਾਨੂੰ ਨਜ਼ਰੀਆ ਜਿਹੜਾ ਪ੍ਰੋਗਰਾਮ ਹੈਗਾ ਸਮੇਂ ਦੀ ਜਿਹੜੀ ਪਾਬੰਦੀ ਹੁੰਦੀ ਹੈ, ਕਈ ਵਾਰੀ ਸਾਨੂੰ ਸਮੇਂ ਦਾ ਵੀ ਦੇਖਣਾ ਪੈਂਦਾ। ਸੋ ਮੈਂ ਇੱਥੇ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਗੁਰਬਖਸ਼ ਸਿੰਘ ਖਾਲਸਾ ਸਾਹਿਬ, ਸਰਦਾਰ ਗੁਰਦੇਵ ਸਿੰਘ ਭੌਰ ਸਾਹਿਬ ਔਰ ਸਰਦਾਰ ਹਰਜਿੰਦਰ ਸਿੰਘ ਮਾਜੀ ਸਾਹਿਬ, ਤੁਹਾਡਾ ਵੀ ਬਹੁਤ ਸ਼ੁਕਰੀਆ ਕਿਉਂਕਿ ਲਗਾਤਾਰ ਜਿਹੜੇ ਤੁਹਾਡੀ ਪ੍ਰਤੀਕਿਰਿਆ ਹੁੰਦੀ ਹੈ, ਤੁਹਾਡੇ ਵਿਚਾਰ ਹੁੰਦੇ ਨੇ, ਜ਼ਰੂਰ ਸਾਡਾ ਜਿਹੜਾ ਨਜ਼ਰੀਆ ਪ੍ਰੋਗਰਾਮ ਹੈ ਇਹਨਾਂ ਵਿਚਾਰਾਂ ਨੂੰ ਜ਼ਰੂਰ ਸਾਡੇ ਸਾਹਮਣੇ ਰੱਖਣ ਵਿੱਚ ਸਹਾਈ ਹੁੰਦਾ ਹੈ। ਔਰ ਆਪਣੇ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਹੁਣ ਛੇਤੀ ਹੀ ਇੰਤਜ਼ਾਰ ਜ਼ਰੂਰ ਖਤਮ ਹੋਏਗਾ SCBC ਚੋਣਾਂ ਦਾ ਔਰ ਛੇਤੀ ਹੀ ਤਾਰੀਖਾਂ ਦਾ ਐਲਾਨ ਵੀ ਹੋਏਗਾ ਕਿਉਂਕਿ ਨਵੇਂ ਜਿਹੜੇ ਨੇ ਚੋਣ ਕਮਿਸ਼ਨਰ ਨਿਯੁਕਤ ਕਰ ਦਿੱਤੇ ਗਏ ਨੇ ਅਤੇ ਉਹਨਾਂ ਦੀ ਪੈਰਵੀ ਹੇਠ, ਉਹਨਾਂ ਦੀ ਅਗਵਾਈ ਹੇਠ ਹੀ ਇਹ ਚੋਣਾਂ ਮੁਕੰਮਲ ਜ਼ਰੂਰ ਹੋਣਗੀਆਂ। ਫਿਲਹਾਲ ਜੇਕਰ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ info@cktimetv.com ਅਤੇ ਸਾਡਾ WhatsApp ਨੰਬਰ ਹੈ, WhatsApp ਰਾਹੀਂ ਵੀ ਤੁਸੀਂ ਆਪਣੇ ਮੈਸੇਜ ਭੇਜ ਸਕਦੇ ਹੋ। ਨੰਬਰ ਰਹੇਗਾ +1 209 275 3038 ਅਤੇ ਮੇਰਾ Facebook ਪੇਜ ਹੈ @ਬਲਿੰਦਰ ऑफिशियल। बहुत बहुत शुक्रिया प्रोग्राम नजरिया ना जुड़न दे।